ਲਾਸਟ ਲੈਕਚਰ ਦੇ ਵਿੱਚ ਆਪਾਂ ਸਟੱਡੀ ਕੀਤਾ ਸੀਗਾ, ਇੱਕ ਤਾਂ ਆਪਾਂ ਸਟੱਡੀ ਕੀਤੀ ਸੀਗੀ ਆਈਸੋਕੋਰਿਕ ਪ੍ਰੋਸੈਸ ਜਾਂ ਕਾਂਸਟੈਂਟ ਵੋਲਿਊਮ ਪ੍ਰੋਸੈਸ। ਉਸ ਤੋਂ ਬਾਅਦ ਜਿਹੜਾ ਲੈਕਚਰ ਸੀ ਉਹਦੇ ਵਿੱਚ ਆਪਾਂ ਸਟੱਡੀ ਕੀਤਾ ਸੀਗਾ ਆਈਸੋਬਾਰਿਕ ਪ੍ਰੋਸੈਸ ਜਾਂ ਕਾਂਸਟੈਂਟ ਪ੍ਰੈਸ਼ਰ ਪ੍ਰੋਸੈਸ। ਜਿਹੜਾ ਅੱਜ ਦਾ ਲੈਕਚਰ ਹੈ ਇਹਦੇ ਵਿੱਚ ਆਪਾਂ ਸਟੱਡੀ ਕਰਨਾ ਆ ਆਈਸੋਥਰਮਲ ਪ੍ਰੋਸੈਸ। या कांस्टेंट टेम्परेचर प्रोसेस। ठीक है, आज आप ये प्रोसेस स्टडी करनी है। ਹੁਣ ਸਭ ਤੋਂ ਪਹਿਲਾਂ ਹੈ ਕਿ ਆਈਸੋਥਰਮਲ ਪ੍ਰੋਸੈਸ ਜਾਂ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਆਪਾਂ ਕਿਹਨੂੰ ਕਹਿੰਦੇ ਆ। ਜਿਸ ਪ੍ਰੋਸੈਸ ਦੇ ਵਿੱਚ ਟੈਂਪਰੇਚਰ ਕਾਂਸਟੈਂਟ ਰਹਿੰਦਾ ਆ ਉਹਨੂੰ ਆਪਾਂ ਕਹਿੰਦੇ ਆ ਆਈਸੋਥਰਮਲ ਪ੍ਰੋਸੈਸ। ਜਿਸ ਪ੍ਰੋਸੈਸ ਦੇ ਵਿੱਚ ਟੈਂਪਰੇਚਰ ਕਾਂਸਟੈਂਟ ਰਹਿੰਦਾ ਆ ਉਹਨੂੰ ਆਪਾਂ ਕਹਿੰਦੇ ਆ ਆਈਸੋਥਰਮਲ ਪ੍ਰੋਸੈਸ। ਹੁਣ ਟੈਂਪਰੇਚਰ ਕਿਹਦਾ ਕਾਂਸਟੈਂਟ ਰਹਿੰਦਾ ਆ? ਸਿਸਟਮ ਦਾ। ਠੀਕ ਹੈ, ਹੁਣ ਇਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਕਨਸੈਪਟ ਸਮਝ ਲੈਂਦੇ ਆ। ਹੁਣ ਸਾਡਾ ਮੇਨ ਪਰਪਸ ਕੀ ਹੈਗਾ ਇਸ ਪ੍ਰੋਸੈਸ ਦੇ ਵਿੱਚ ਕਿ ਆਪਾਂ ਟੈਂਪਰੇਚਰ ਨੂੰ ਕਾਂਸਟੈਂਟ ਰੱਖਣਾ ਹੈ ਜਦੋਂ ਵੀ ਕੋਈ ਪ੍ਰੋਸੈਸ ਹੋ ਰਹੀ ਹੈ। ਹੁਣ ਆਪਾਂ ਮੰਨ ਲਿਆ ਕਿ ਸਾਡੇ ਕੋਲ ਇੱਕ ਪਿਸਟਨ ਸਿਲੰਡਰ ਅਰੇਂਜਮੈਂਟ ਹੈ। ਆ ਹੋ ਗਿਆ ਸਿਲੰਡਰ ਤੇ ਆਪਾਂ ਪਿਸਟਨ ਡਰਾ ਕਰ ਲਿਆ। ਇਹਦੇ ਅੰਦਰ ਆਪਾਂ ਕੋਈ ਗੈਸ ਫਿਲ ਕੀਤੀ ਹੋਈ ਹੈ। ਹੁਣ ਆਪਾਂ ਕੀ ਕਰਨਾ, ਮੰਨ ਲਓ ਆਪਾਂ ਇਹਦੇ ਉੱਪਰ ਨਾ ਪਿਸਟਨ ਦੇ ਉੱਪਰ ਡਾਊਨਵਰਡ ਫੋਰਸ ਲਗਾ ਰਹੇ ਹਾਂ, ਐਫ ਫੋਰਸ ਲਗਾ ਰਹੇ ਆਪਾਂ ਡਾਊਨਵਰਡ ਫੋਰਸ। ਹੁਣ ਇਹਦੇ ਨਾਲ ਕੀ ਹੋਏਗਾ, ਜਿਹੜਾ ਇਹ ਗੈਸ ਹੈ ਨਾ ਇਹ ਕੰਪਰੈਸ ਹੋਏਗੀ। ਜਦੋਂ ਇਹ ਗੈਸ ਕੰਪਰੈਸ ਹੋਏਗੀ ਇਹਦਾ ਟੈਂਪਰੇਚਰ ਇਨਕਰੀਜ਼ ਹੋਏਗਾ। ਠੀਕ ਹੈ, ਆਪਾਂ ਮੰਨ ਲਓ ਪਿਸਟਨ ਨੂੰ ਆਪਾਂ 0.1 ਤੋਂ ਇੱਥੇ 0.2 ਤੱਕ ਮੂਵ ਕਰਵਾਉਣਾ ਹੈ। ਇਸ ਪੋਜੀਸ਼ਨ ਤੋਂ ਲੈ ਕੇ ਇਸ ਪੋਜੀਸ਼ਨ ਤੱਕ ਆਪਾਂ ਮੂਵ ਕਰਵਾਉਣਾ ਹੈ। ਹੁਣ ਕਿਉਂਕਿ ਵੋਲਿਊਮ ਜਿਹੜਾ ਡਿਕਰੀਜ਼ ਹੋ ਰਿਹਾ ਹੈ ਤੇ ਇਹ ਕੰਪਰੈਸ਼ਨ ਪ੍ਰੋਸੈਸ ਹੈਗੀ ਆ। ਜਦੋਂ ਕੰਪਰੈਸ਼ਨ ਪ੍ਰੋਸੈਸ ਹੋਏਗੀ ਟੈਂਪਰੇਚਰ ਜਿਹੜਾ ਹੈ ਨਾ ਉਹ ਇਨਕਰੀਜ਼ ਕਰੇਗਾ, ਕਿਉਂਕਿ ਆਪਾਂ ਗੈਸ ਨੂੰ ਕੰਪਰੈਸ ਕਰ ਰਹੇ ਹਾਂ ਜਿਹਦੇ ਕਰਕੇ ਟੈਂਪਰੇਚਰ ਇਨਕਰੀਜ਼ ਹੋਏਗਾ, ਨਾਲੇ ਪ੍ਰੈਸ਼ਰ ਵੀ ਇਨਕਰੀਜ਼ ਹੋਏਗਾ। ਪਰ ਆਪਾਂ ਇਹ ਚਾਹੁੰਦੇ ਕਿ ਟੈਂਪਰੇਚਰ ਜਿਹੜਾ ਉਹ ਕਾਂਸਟੈਂਟ ਰਵੇ। ਠੀਕ ਹੈ, ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ। ਹੁਣ ਦੇਖੋ, ਜਦੋਂ ਇਹ ਪਿਸਟਨ ਡਾਊਨਵਰਡ ਮੂਵ ਹੋਏਗਾ ਗੈਸ ਕੰਪਰੈਸ ਹੋਏਗੀ, ਟੈਂਪਰੇਚਰ ਰਾਈਜ਼ ਹੋਏਗਾ। ਹੁਣ ਜਿੰਨਾ ਟੈਂਪਰੇਚਰ ਰਾਈਜ਼ ਹੋਏਗਾ ਨਾ ਉਹਦੇ ਕੋਰਸਪੋਂਡਿੰਗ ਜਿੰਨੀ ਹੀਟ ਪ੍ਰੋਡਿਊਸ ਹੋ ਰਹੀ ਹੈ ਉਸ ਹੀਟ ਨੂੰ ਸਾਨੂੰ ਬਾਹਰ ਕੱਢਣਾ ਪਏਗਾ ਇਹਦੇ ਵਿੱਚੋਂ ਦੀ, ਤਾਂ ਹੀ ਟੈਂਪਰੇਚਰ ਕਾਂਸਟੈਂਟ ਹੋਏਗਾ। ਮੰਨ ਲਓ ਆਪਾਂ ਇਹਨੂੰ ਕੰਪਰੈਸ ਕੀਤਾ, ਕੰਪਰੈਸ ਕਰਨ ਦੇ ਨਾਲ ਜਿਹੜਾ ਹੈ ਨਾ ਹੀਟ ਪ੍ਰੋਡਿਊਸ ਹੋਈ। ਹੁਣ ਅਗਰ ਆਪਾਂ ਉਸ ਹੀਟ ਨੂੰ ਸਿਸਟਮ ਤੋਂ ਬਾਹਰ ਨਹੀਂ ਕੱਢਾਂਗੇ ਤੇ ਉਹ ਕੀ ਕਰੇਗੀ, ਟੈਂਪਰੇਚਰ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰ ਦੇਗੀ। ਜਦ ਕਿ ਸਾਡਾ ਕੀ ਪਰਪਸ ਹੈ, ਸਾਡਾ ਪਰਪਸ ਹੈ ਕਿ ਆਪਾਂ ਟੈਂਪਰੇਚਰ ਨੂੰ ਕਾਂਸਟੈਂਟ ਰੱਖਣਾ ਹੈ। ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ, ਇੱਥੋਂ ਦੀ ਹੀਟ ਨੂੰ ਰਿਮੂਵ ਕਰਨਾ ਪਏਗਾ ਤਾਂ ਕਿ ਜੋ ਸਾਡਾ ਡਿਜ਼ਾਇਰਡ ਟੈਂਪਰੇਚਰ ਹੈ ਉਹ ਇੱਥੇ ਵਿੱਚ ਸਿਸਟਮ 'ਚ ਮੇਨਟੇਨ ਰਵੇ। ਹੁਣ ਪਿਸਟਨ ਮੂਵ ਕਰਕੇ ਮੰਨ ਲਓ ਇਸ ਪੋਜੀਸ਼ਨ ਦੇ ਉੱਪਰ ਆ ਗਿਆ। ਠੀਕ ਹੈ, ਹੁਣ ਇੱਥੋਂ ਅਗਰ ਪਿਸਟਨ ਨੂੰ ਹੋਰ ਕੰਪਰੈਸ ਕਰਾਂਗੇ, ਪਿਸਟਨ ਨੂੰ ਹੋਰ ਨਿਚਲੀ ਸਾਈਡ ਮੂਵ ਕਰਾਂਗੇ, ਗੈਸ ਹੋਰ ਜ਼ਿਆਦਾ ਕੰਪਰੈਸ ਹੋਏਗੀ, ਹੋਰ ਹੀਟ ਪ੍ਰੋਡਿਊਸ ਹੋਏਗੀ। ਪਰ ਆਪਾਂ ਟੈਂਪਰੇਚਰ ਨੂੰ ਕਾਂਸਟੈਂਟ ਰੱਖਣਾ ਆ, ਇਸ ਕਰਕੇ ਸਾਨੂੰ ਉਹਨੂੰ ਵੀ ਬਾਹਰ ਕੱਢਣਾ ਪਏਗਾ। ਠੀਕ ਹੈ, ਹੁਣ ਇਹਦਾ ਮਤਲਬ ਕੀ ਹੈਗਾ ਆ ਕਿ ਜਦੋਂ ਆਪਾਂ ਪਿਸਟਨ ਨੂੰ ਡਾਊਨਵਰਡ ਮੂਵ ਕਰਵਾਉਂਦੇ ਆ ਜਾਂ ਜਦੋਂ ਆਪਾਂ ਗੈਸ ਨੂੰ ਕੰਪਰੈਸ ਕਰਦੇ ਆ ਤੇ ਜਿਹੜੀ ਹੀਟ ਹੈ ਉਹਨੂੰ ਆਪਾਂ ਬਾਹਰ ਨੂੰ ਕੱਢਣਾ ਆ। ਠੀਕ ਹੈ, ਆਪਾਂ ਹੀਟ ਜਿਹੜੀ ਆ ਉਹ ਰਿਜੈਕਟ ਹੋ ਰਹੀ ਹੈ। ਹੁਣ ਆਪਾਂ ਦੂਸਰੇ ਕੇਸ 'ਚ ਆਪਾਂ ਕੰਸੀਡਰ ਕਰ ਲੈਨੇ, ਆਪਾਂ ਇਹੀ ਪਿਸਟਨ ਸਿਲੰਡਰ ਅਰੇਂਜਮੈਂਟ ਡਰਾ ਕੀਤਾ ਆਪਾਂ ਇੱਥੇ। ਹੁਣ ਜਿਹੜਾ ਪਿਸਟਨ ਹੈ ਨਾ ਉਹ ਸਾਡਾ ਇਸ ਪੋਜੀਸ਼ਨ ਦੇ ਉੱਪਰ ਹੈ ਤੇ ਇਹਦੇ ਜਿਹੜੀ ਗੈਸ ਹੈਗੀ ਆ ਉਹ ਆਲਰੇਡੀ ਕੰਪਰੈਸਡ ਪੋਜੀਸ਼ਨ, ਕੰਪਰੈਸਡ ਫਾਰਮ 'ਚ ਹੈਗੀ ਹੈ। ਠੀਕ ਹੈ, ਜਾਂ ਕੰਪਰੈਸਡ ਗੈਸ ਇਹਦੇ ਅੰਦਰ ਆਪਾਂ ਫਿਲ ਹੋਈ ਹੈ। ਹੁਣ ਕੀ ਹੋਏਗਾ, ਪਹਿਲਾਂ ਆਪਾਂ ਪਿਸਟਨ ਦੇ ਉੱਪਰ ਡਾਊਨਵਰਡ ਫੋਰਸ ਲਗਾ ਰਹੇ ਸੀ, ਹੁਣ ਜਿਹੜਾ ਪਿਸਟਨ ਹੈ ਨਾ ਉਹ ਅਪਵਰਡ ਸਾਈਡ ਮੂਵ ਕਰ ਰਿਹਾ ਹੈ। ਇਹੀ ਵਾਲਾ ਪਿਸਟਨ ਹੁਣ ਅਪਵਰਡ ਮੂਵ ਕਰ ਰਿਹਾ ਹੈ। ਇੱਥੇ ਮੈਂ ਲਿਖ ਦਿੰਦਾ ਆ, ਇਹ ਜਿਹੜੀ ਪ੍ਰੋਸੈਸ ਹੈਗੀ ਇਹ ਸੀਗੀ ਕੰਪਰੈਸ਼ਨ ਪ੍ਰੋਸੈਸ। ਆ ਜਿਹੜੀ ਪ੍ਰੋਸੈਸ ਹੁਣ ਸਟੱਡੀ ਕਰ ਰਹੇ ਹਾਂ ਇਹ ਹੈਗੀ ਐਕਸਪੈਂਸ਼ਨ ਪ੍ਰੋਸੈਸ। ਹੁਣ ਅੰਦਰ ਹਾਈ ਪ੍ਰੈਸ਼ਰ ਦੇ ਉੱਪਰ ਗੈਸ ਹੈ, ਇਹ ਪਿਸਟਨ ਜਿਹੜਾ ਇਹ ਅਪਵਰਡ ਸਾਈਡ ਨੂੰ ਮੂਵ ਕਰ ਰਿਹਾ ਹੈ। ਹੁਣ ਜਦੋਂ ਐਕਸਪੈਂਸ਼ਨ ਹੋਏਗੀ ਟੈਂਪਰੇਚਰ ਜਿਹੜਾ ਹੈ ਉਹ ਡਾਊਨ ਜਾਏਗਾ, ਟੈਂਪਰੇਚਰ ਡਿਕਰੀਜ਼ ਕਰੇਗਾ। ਪਰ ਸਾਨੂੰ ਕੀ ਚਾਹੀਦਾ, ਸਾਨੂੰ ਟੈਂਪਰੇਚਰ ਕਾਂਸਟੈਂਟ ਚਾਹੀਦਾ ਆ, ਜਦ ਕਿ ਟੈਂਪਰੇਚਰ ਐਕਸਪੈਂਸ਼ਨ ਕਰਦੇ ਟਾਈਮ ਡਾਊਨ ਜਾ ਰਿਹਾ ਹੈ। ਇਹਦਾ ਮਤਲਬ ਕੀ ਹੈ, ਸਾਨੂੰ ਇੱਥੋਂ ਦੀ ਹੀਟ ਜਿਹੜੀ ਹੈ ਉਹ ਸਪਲਾਈ ਕਰਨੀ ਪਏਗੀ। ਠੀਕ ਹੈ, ਇਸ ਤਰੀਕੇ ਨਾਲ ਕੀ ਹੁੰਦਾ ਆ, ਜਦੋਂ ਕੰਪਰੈਸ਼ਨ ਪ੍ਰੋਸੈਸ ਹੁੰਦੀ ਹੈ ਤੇ ਸਿਸਟਮ ਦੇ ਵਿੱਚੋਂ ਦੀ ਹੀਟ ਬਾਹਰ ਨੂੰ ਜਾਂਦੀ ਹੈ, ਹੀਟ ਰਿਜੈਕਟ ਕਰਦਾ ਆ। ਜਦੋਂ ਐਕਸਪੈਂਸ਼ਨ ਪ੍ਰੋਸੈਸ ਹੁੰਦੀ ਹੈ ਫਿਰ ਸਾਨੂੰ ਹੀਟ ਜਿਹੜੀ ਉਹ ਸਪਲਾਈ ਕਰਨੀ ਪੈਂਦੀ ਹੈ
ताकि ਆਪਾਂ ਦੋਨੋਂ ਕੇਸ ਦੇ ਵਿੱਚ ਟੈਂਪਰੇਚਰ ਨੂੰ ਕਾਂਸਟੈਂਟ ਮੇਨਟੇਨ ਕਰਕੇ ਰੱਖ ਸਕੀਏ। ਠੀਕ ਹੈ, ਇਹ ਸੀਗਾ ਇਹਦਾ ਥੋੜਾ ਜਿਹਾ ਬੇਸਿਕ। ਹੁਣ ਜਿੱਦਾਂ ਆਪਾਂ ਲਾਸਟ ਲੈਕਚਰ 'ਚ ਫਾਈਂਡ ਆਊਟ ਕੀਤਾ ਸੀਗਾ, ਹੁਣ ਆਪਾਂ ਕੀ ਫਾਈਂਡ ਆਊਟ ਕਰਨਾ ਹੈ, ਆਪਣੇ ਕੋਲ ਫੇਰ ਦੁਬਾਰਾ ਇਹਨੂੰ ਦੇਖ ਲੈਣਾ ਦੁਬਾਰਾ ਤੋਂ। ਆਪਣੇ ਕੋਲ ਇੱਕ ਪਿਸਟਨ ਸਿਲੰਡਰ ਅਰੇਂਜਮੈਂਟ ਹੈ, ठीक है। इस टाइम जो ये सिस्टम या जी गैस है ना, आप अंदर मान लिया कि आप m किलोग्राम गैस जी है कंसीडर की है। आ गैस जी m किलोग्राम गैस है। इस टाइम जो ये सिस्टम है ये पोजीशन 1 या स्टेट 1 दे विच है। जी स्टेट है ना, जी टैंपरेचर प्रैशर वॉल्यूम जो है आपको 1 दे नाल रिप्रेजेंट किया है। हुण आपां की करना है, आपां एक्सपेंशन प्रोसेस करनी है। एक्सपेंशन प्रोसेस जो करांगे फिर की होएगा, वॉल्यूम इनक्रीज होएगा। इसका मतलब पहला वॉल्यूम इन्ना सीगा, हुण एक्सपेंशन होएगी, पिस्टन जो अपवर्ड मूव करेगा। तो मान लिया जो पिस्टन है ना वो इस पोजीशन पे पहुंच गया। ठीक है, हुण हुण जो सिस्टम की कंडीशन हैगी है या जिस सिस्टम की स्टेट है उन्होंने आपां रिप्रेजेंट किया 0.2 दे नाल। ठीक है, हुण इत्थे तुहानूं दस्सिया सी जदों एक्सपेंशन हुंदी आ, पिस्टन अपवर्ड मूव करदा, सानूं हीट सप्लाई करनी पैंदी है ताकि आपां टैंपरेचर नूं कांस्टेंट मेनटेन करके रख सकीए। हुण इत्थे भी देखो एक्सपेंशन प्रोसेस हो रही है, पिस्टन अपवर्ड मूव कर रहा है तो वॉल्यूम इंक्रीज हो रहा है, एक्सपेंशन प्रोसेस हो रही है। इस करके इत्थे भी अगर आपां टैंपरेचर नूं कांस्टेंट रखना चाहते हैं ना, तो फिर सानूं की करना पेगा, हीट सप्लाई करनी पेगी। हुण आपां पहलां की फाइंड आउट करना, सब तो पहला आपां फाइंड आउट करना है कि सिस्टम जदों स्टेट 1 तो स्टेट 2 तक गया आ ते सानू टैंपरेचर नूं कांस्टेंट रखने वास्ते कितनी हीट सप्लाई करनी पई। ठीक है, ये फाइंड आउट करांगे। फिर वर्क डन कितना होया, पिस्टन देखो मूव किया, इस पोजीशन तो लैके इस पोजीशन तक मूव होया है। ठीक है, ते वर्क डन कितना होया ये फाइंड आउट करांगे। फिर इस सिस्टम की इंटरनल एनर्जी कितनी चेंज हुई, एंथैल्पी कितनी चेंज हुई ते एंट्रोपी कितनी चेंज हुई। ये सारिया चीज़ां आपां फाइंड आउट करांगे अज दे लेक्चर विच। ठीक है, हुण आपां स्टार्ट करदे हां दी डेरिवेशन। सब तो पहला आप फाइंड आउट करना है वर्क डन। ठीक है, वर्क डन आप रिप्रेजेंट करते हैं W दे नाल, ते इथों लिख देने 1 ते 2। 1 2 का मतलब है जी साडी प्रोसैस है 1 तो स्टार्ट हुई है तो 2 के उपर खत्म हो गई है। फिर तुहानूं दस्सिया जी वर्क डन का फॉर्मूला हुंदा आ इंटैग्रल P इंटू dV। P प्रैशर है, dV चेंज इन वॉल्यूम है। तो प्रोसैस कित्थों स्टार्ट हुई है 0.1 तो, खत्म कित्थे हुई है 0.2 के उपर। हुण इहदे विच देखो प्रैशर कांस्टेंट नहीं है, अगर तो प्रैशर कांस्टेंट हुंदा फिर उहनूं आपां इंटैग्रल तो इधरली साइड ले आना सी, लैफ्ट साइड ते ले आना सीगा। पर इत्थे प्रैशर जिहड़ा वो कांस्टेंट नहीं है, टैंपरेचर कांस्टेंट है, प्रैशर कांस्टेंट नहीं है। इदां ही dV जिहड़ा है ये चेंज इन वॉल्यूम है, वॉल्यूम भी चेंज कर रहा है। हुण अगर इत्थे V हुंदा ते इत्थे dV हुंदा, इहनूं आपां सॉल्व कर सकदे आराम दे नाल। हुण क्योंकि इत्थे P हैगा आ ते P नूं आपां लैफ्ट साइड दे उपर भी लिया सकदे, P अलग चीज़ है, V अलग चीज़ हैगी। हुण आपां की करांगे, सब तो पहला जिहड़ा P है ना इहनूं आपां चेंज करांगे। चेंज क्यों करांगे, ताकि आपां इहनूं V दी टर्म्स विच लैके आइए, या कांस्टेंट करिए या V करिए, V दी टर्म्स विच लैके आइए। हुण उहदे वास्ते आपां की करांगे, तुहानूं याद होगा आपां पिछले लैक्चरां विच आपां बॉयल्स लॉ पढ़िया सीगा। बॉयल्स लॉ विच की सीगा, टैंपरेचर आपां कांस्टेंट मान के चलदे सीगे ते आपां उह 'च स्टडी कीता सी, अगर टैंपरेचर कांस्टेंट हुंदा है ना ते प्रैशर ते वॉल्यूम दा प्रोडक्ट जिहड़ा है वो भी कांस्टेंट हुंदा है। ठीक है, बॉयल्स लॉ की कहंदा सीगा, एट कांस्टेंट टैंपरेचर प्रैशर ते वॉल्यूम का जिहड़ा प्रोडक्ट है वो कांस्टेंट होएगा। ਇਹਦਾ मतलब ਕੀ है कि ਜਦੋਂ ਆਪਾਂ ਇਹਦਾ मतलब ਇਹ ਹੈ ਕਿ ਜਦੋਂ ਆਪਾਂ ਜਿਹੜੀ ਮੰਨ ਲਓ ਇੱਥੇ ਕਰਵ ਡਰਾ ਕਰ ਲੈਣਾ, ਮੈਂ ਇਹਦੀ ਪ੍ਰੋਸੈਸ ਵਾਸਤੇ ਕਰਵ ਡਰਾ ਕਰ ਲੈਣੇ, ਇਹ 0.1 ਹੈ, ਉਸ ਤੋਂ ਬਾਅਦ ਇਦਾਂ ਕਰਕੇ ਡਾਇਗਰਾਮ ਗ੍ਰਾਫ ਬਣੇਗਾ, 0.2 है, इधरली साइड प्रैशर है ਤੇ इधरली साइड वॉल्यूम। ਹੁਣ ਇਹਦਾ मतलब ਇਹ ਹੈ ਕਿ ਆਪਾਂ ਇਸ ਪੁਆਇੰਟ ਦੇ ਉੱਪਰ ਆ ਦੇਖੋ, ਇਸ ਪੁਆਇੰਟ ਦੇ ਉੱਪਰ ਜੋ ਵੋਲਿਊਮ ਹੈ ਤੇ ਜੋ ਪ੍ਰੈਸ਼ਰ ਹੈ, ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ ਜੋ ਵੈਲਿਊ ਆਏਗੀ, ਤੇ ਜਦੋਂ ਆਪਾਂ 0.2 ਦੇ ਉੱਪਰ ਜੋ ਵੋਲਿਊਮ ਹੈ ਤੇ ਜੋ ਪ੍ਰੈਸ਼ਰ ਹੈ ਇਹਨੂੰ ਮਲਟੀਪਲਾਈ ਕਰਾਂਗੇ, ਦੋਨਾਂ ਦੀ ਵੈਲਿਊ ਸੇਮ ਹੋਏਗੀ। ठीक है, अगर आप इस करव के उपर किते कोई मर्जी होर पॉइंट 0.3 मान लेने इस जगह के उपर, तो जो ये कोरसपोंडिंग जो प्रैशर होएगा तो ये कोरसपोंडिंग जो वैल्यू होएगी उन्होंने मल्टीप्लाई करांगे तो 0.1 ते 0.2 की वैल्यू के बराबर ही आएगा।
मतलब इस पूरी कर्व ਦੇ ਉੱਪਰ ਤੁਸੀਂ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਪੁਆਇੰਟ ਲੈ ਲਓ, ਇੱਥੇ ਪੁਆਇੰਟ ਲੈ ਲਓ, ਇਹਦਾ ਵੋਲਿਊਮ ਕਿੰਨਾ ਆ ਤੇ ਇਹਦਾ ਪ੍ਰੈਸ਼ਰ ਕਿੰਨਾ ਆ। ਜਦੋਂ ਤੁਸੀਂ ਇਹਦੇ ਪ੍ਰੈਸ਼ਰ ਤੇ ਵੋਲਿਊਮ ਦੀ ਵੈਲਿਊ ਨੂੰ ਮਲਟੀਪਲਾਈ ਕਰੋਗੇ ਨਾ, ਤੇ ਤੁਸੀਂ ਪੁਰਾਣੇ ਜਿਹੜੇ ਪੁਆਇੰਟ ਹੈ ਨਾ 1 2 3, ਉਹ ਵੈਲਿਊ ਇਹਨਾਂ ਦੇ ਬਰਾਬਰ ਹੀ ਆਏਗੀ। ਕਿਹੜੀ ਵੈਲਿਊ? ਪ੍ਰੋਡਕਟ ਆਫ ਪ੍ਰੈਸ਼ਰ ਐਂਡ ਵੋਲਿਊਮ, ਇਹ ਹਮੇਸ਼ਾ ਬਰਾਬਰ ਆਏਗੀ। ਤੇ ਇਹਨੂੰ ਆਪਾਂ ਕਹਿੰਦੇ ਆ ਇਹ ਕਾਂਸਟੈਂਟ ਆਏਗੀ, ਆਪਾਂ ਇਹਨੂੰ ਇਦਾਂ ਕਹਿ ਦਿੰਦੇ। ਹੁਣ ਇਹਨੂੰ ਆਪਾਂ ਫਰਦਰ ਦੇਖਦੇ ਆ, ਆਪਾਂ ਇਹਨੂੰ ਨਾ ਪਹਿਲਾਂ ਇਸ ਇਕੁਏਸ਼ਨ ਨੂੰ ਪੁਆਇੰਟ 1 ਤੇ ਅਪਲਾਈ ਕਰਦੇ ਆ, ਤੇ ਕੀ ਬਣ ਜਾਏਗਾ? P1 V1 ਬਣ ਜਾਏਗਾ। ਠੀਕ ਹੈ, ਫਿਰ ਇਹਨੂੰ ਆਪਾਂ ਅਗਲੇ ਪੁਆਇੰਟ ਤੇ ਅਪਲਾਈ ਕਰਦੇ, ਪੁਆਇੰਟ 2 ਦੇ ਉੱਪਰ ਅਪਲਾਈ ਕਰਦੇ ਆ, ਤੇ ਇਹ ਬਣ ਜਾਏਗਾ P2 V2। ਤੇ ਇਹ ਦੋਨੋਂ ਕੀ ਹੋਏਗਾ? ਇਹ ਤਾਂ ਦੋਨੋਂ ਬਰਾਬਰ ਹੋ ਗਏ, ਕਿਉਂਕਿ ਆਪਾਂ ਕਿਹਾ ਸੀ ਪ੍ਰੋਡਕਟ ਆਫ ਪ੍ਰੈਸ਼ਰ ਤੇ ਵੋਲਿਊਮ ਦੋਨੋਂ ਇਹਨਾਂ ਦਾ ਪ੍ਰੋਡਕਟ ਜਿਹੜਾ ਉਹ ਬਰਾਬਰ ਹੋਏਗਾ, ਕਾਂਸਟੈਂਟ ਹੋਏਗਾ। ਜੋ P1 ਤੇ V1 ਦਾ ਮਲਟੀਪਲਾਈ ਕਰਕੇ ਵੈਲਿਊ ਆ ਰਹੀ ਹੈ, ਉਹ P2 ਤੇ V2 ਨੂੰ ਮਲਟੀਪਲਾਈ ਕਰਕੇ ਜੋ ਵੈਲਿਊ ਆਏਗੀ, ਇਹ ਦੋਨੋਂ ਵੈਲਿਊਜ਼ ਬਰਾਬਰ ਹੋ ਗਈਆਂ, ਤੇ ਇਹ ਹਮੇਸ਼ਾ ਕਾਂਸਟੈਂਟ ਰਹੂਗੀ। ਠੀਕ ਹੈ, ਤੇ ਇਨ ਜਨਰਲ ਟਰਮਸ ਆਪਾਂ ਲਿਖ ਲਈਏ, ਆਪਾਂ ਇਦਾਂ ਲਿਖ ਲੈਣਾ ਨੂੰ ਕਿ PV ਜਿਹੜਾ ਹੈ ਉਹ ਬਰਾਬਰ ਹੋਏਗਾ P1 V1 ਦੇ, ਜਾਂ ਆ PV ਲਿਖਿਆ ਸੀ ਨਾ, PV ਬਰਾਬਰ ਹੋਏਗਾ P1 V1 ਦੇ, ਇਹ ਬਰਾਬਰ ਹੋਏਗਾ P2 V2 ਦੇ, ਇਹਨਾਂ ਸਾਰਿਆਂ ਦੀ ਵੈਲਿਊ ਕਾਂਸਟੈਂਟ ਹੋਏਗੀ। ਠੀਕ ਹੈ, ਹੁਣ ਆਪਾਂ ਕੀ ਕਰਦੇ ਆ, ਆਪਾਂ ਇਹਦੀ ਨਾ ਸਿਰਫ ਇਹਨੂੰ ਫਰਦਰ ਸੋਲਵ ਕਰਦੇ ਆ। ਇਹ ਹੋ ਗਿਆ P is equal to P1 V1 divided by V is equal to P2 V2 divided by V। ਹੁਣ ਇਹ ਕਿੱਥੋਂ ਆਇਆ? ਆ ਦੇਖੋ, ਇਸ ਇਕੁਏਸ਼ਨ ਦੇ ਵਿੱਚ ਆਪਾਂ P ਨੂੰ ਇੱਥੇ ਰਹਿਣ ਦਿੱਤਾ, ਇੱਕ ਵਾਰ ਆਪਾਂ V ਨੂੰ ਇਹਦੇ ਨੀਚੇ ਲੈ ਗਏ, ਫਿਰ ਆਪਾਂ ਇੱਕ ਵਾਰ V ਨੂੰ ਇਹਦੇ P2 V2 ਵਟਾ V ਲਿਖ ਦਿੱਤਾ ਹੈ। ਠੀਕ ਹੈ, ਆਹ ਵਾਲਾ V ਜਿਹੜਾ ਉਹ ਇਹਨਾਂ ਦੋਨਾਂ ਦੇ ਨੀਚੇ ਆਇਆ। ਜਾਂ ਆਪਾਂ ਇਦਾਂ ਕਰ ਲੈਂਦੇ ਕਿ ਇਸ ਨੂੰ ਸਾਰੇ ਨੂੰ ਆਪਾਂ V ਨਾਲ ਡਿਵਾਈਡ ਕਰ ਦਿੱਤਾ, ਆਪਾਂ ਇਹਨੂੰ ਇਦਾਂ ਵੀ ਲਿਖ ਸਕਦੇ ਹਾਂ। ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਆ, ਆਪਾਂ ਨਾ ਸਿਰਫ ਇਹਨੂੰ ਕੰਸੀਡਰ ਕਰ ਲੈਂਦੇ, ਇੰਨੇ ਹਿੱਸੇ ਨੂੰ ਕੰਸੀਡਰ ਕਰ ਲੈਂਦੇ। ਹੁਣ P ਦੀ ਜਗ੍ਹਾ ਆਪਾਂ ਕੀ ਲਿਖ ਸਕਦੇ ਹਾਂ? P1 V1 ਵਟਾ V ਲਿਖ ਸਕਦੇ ਹਾਂ। ਠੀਕ ਹੈ, P ਦੀ ਜਗ੍ਹਾ ਆਪਾਂ ਕੀ ਲਿਖ ਸਕਦੇ ਹਾਂ? P1 V1 ਵਟਾ V ਲਿਖ ਸਕਦੇ ਹਾਂ। ਹੁਣ ਇੱਥੇ P ਕਿੱਥੇ ਲਿਖਿਆ ਹੋਇਆ? ਆ ਦੇਖੋ, ਇਸ ਇਕੁਏਸ਼ਨ ਦੇ ਵਿੱਚ ਆ P ਲਿਖਿਆ ਹੋਇਆ। ਠੀਕ ਹੈ, ਆ ਜਿਹੜਾ P ਲਿਖਿਆ ਨਾ, ਇਹ ਜਗ੍ਹਾ ਆਪਾਂ ਕਿਹੜੀ ਵੈਲਿਊ ਭਰ ਦੇਣੀ ਆ? ਆ ਇਹਦੀ ਫਸਟ ਵੈਲਿਊ ਜਿਹੜੀ ਹੈ, ਆ ਵਾਲੀ ਵੈਲਿਊ ਜਿਹੜੀ ਹੈ ਨਾ, ਆ ਵੈਲਿਊ ਆ ਆਪਾਂ ਇਸ ਜਗ੍ਹਾ ਸਬਸਟੀਟਿਊਟ ਕਰ ਦੇਣੀ ਹੈ। ਤੇ ਹੁਣ ਆਪਾਂ ਇਹਨੂੰ ਸੋਲਵ ਕਰਦੇ ਦੁਬਾਰਾ। ਵਰਕ ਡਨ W ਕਿਹਦੇ ਬਰਾਬਰ ਹੋ ਜਾਏਗਾ? ਇੰਟੈਗਰਲ 1 to 2 P into dV। ਇਸ ਇਕੁਏਸ਼ਨ ਨੂੰ ਮੈਂ ਐਜ਼ ਇਟ ਇਜ਼ ਇੱਥੇ ਲਿਖ ਦਿੱਤਾ ਹੈ। ਹੁਣ ਆਪਾਂ ਕੀ ਕਰਨਾ ਆ, P ਦੀ ਵੈਲਿਊ ਸਬਸਟੀਟਿਊਟ ਕਰ ਦੇਣੀ। P ਦੀ ਵੈਲਿਊ ਕਿੰਨੀ ਆਈ ਹੈ? P ਕਿਹਦੇ ਬਰਾਬਰ ਹੈ? P1 V1 ਵਟਾ V ਦੇ। ਤੇ ਇੱਥੇ ਆਪਾਂ ਲਿਖ ਦੇਣਾ ਇੰਟੈਗਰਲ 1 to 2 P1 V1 ਵਟਾ V into dV। ਹੁਣ ਦੇਖੋ, ਆ ਵੀ V ਹੈ, ਆ ਵੀ V ਹੈ, ਇਹ ਦੋਨੋਂ V ਦੀ ਟਰਮਸ ਵਿੱਚ ਆ ਗਏ। ਹੁਣ P1 V1, ਹੁਣ ਆਪਾਂ ਕਹਾਂਗੇ ਇਹ ਕਾਂਸਟੈਂਟ ਹੈ ਕਿ ਨਹੀਂ ਹੈ? P1 ਤੇ V1 ਇਹ ਵੈਲਿਊ ਕਾਂਸਟੈਂਟ ਹੈਗੀ ਹੈ। ਹੁਣ ਇਹ ਕਿਉਂ ਕਾਂਸਟੈਂਟ ਹੈਗੀ ਹੈ? ਇੱਥੇ ਆਪਾਂ P ਨੂੰ ਕਾਂਸਟੈਂਟ ਨਹੀਂ ਮੰਨਿਆ ਸੀ, ਇੱਥੇ ਆਪਾਂ P1 V1 ਨੂੰ ਕਾਂਸਟੈਂਟ ਮੰਨ ਰਹੇ ਹਾਂ, ਕਿਉਂਕਿ P1 ਕੀ ਹੈਗਾ ਆ? ਇੱਕ ਪਾਰਟਿਕੂਲਰ ਪੁਆਇੰਟ ਦੇ ਉੱਪਰ ਪ੍ਰੈਸ਼ਰ ਹੈਗਾ ਆ। ਠੀਕ ਹੈ, V1 ਕੀ ਹੈਗਾ? ਇੱਕ ਪਾਰਟਿਕੂਲਰ ਪੁਆਇੰਟ ਦੇ ਉੱਪਰ ਵੈਲਿਊ ਹੈ। ਠੀਕ ਹੈ, ਇਸ ਕਰਕੇ ਇਹ ਵੈਲਿਊ ਜਿਹੜੀ ਹੈ P1 V1 ਕਾਂਸਟੈਂਟ ਹੈਗਾ ਆ। ਮਤਲਬ ਇਹਦਾ ਇਹ ਹੈ ਕਿ ਇਸ ਗ੍ਰਾਫ ਤੇ ਦੇਖੋ, ਅਗਰ ਮੈਂ ਇੱਥੋਂ ਨੀਚੇ ਲਾਈਨ ਡਰਾ ਕਰ ਦਿੰਦਾ ਆ, ਤੇ ਇਹ ਵੈਲਿਊ ਕੀ ਆਈ ਹੈ ਸਾਡੀ? ਇਹ ਆਈ ਸਾਡੀ ਵੈਲਿਊ V1। ਹੁਣ ਇਹ ਵੈਲਿਊ ਤੇ ਕਾਂਸਟੈਂਟ ਹੈ ਨਾ, ਜੋ ਵੈਲਿਊ ਹੈਗੀ ਹੈ ਕਾਂਸਟੈਂਟ ਹੈਗੀ ਹੈ, ਇੱਥੋਂ ਲੈ ਕੇ ਆ ਜਿੰਨੀ ਵੈਲਿਊ ਆ ਰਹੀ ਹੈ ਉਨੀ ਵੈਲਿਊ ਹੈਗੀ, ਹੁਣ ਇਹ ਵੇਰੀ ਤਾਂ ਕਰੇਗੀ ਨਹੀਂ। ਇਦਾਂ ਹੀ ਕਰਕੇ ਇਹਦੇ ਕੋਰਸਪੋਂਡਿੰਗ ਜੋ ਪ੍ਰੈਸ਼ਰ ਹੈਗਾ, ਇਹਨੂੰ ਆਪਾਂ P1 ਲਿਖ ਦਿੱਤਾ। ਹੁਣ ਇਹ ਪ੍ਰੈਸ਼ਰ ਦੀ ਜਿਹੜੀ ਵੈਲਿਊ ਹੈ, ਆਹ ਵਾਲੀ, ਇਹ ਵੀ ਸੇਮ ਕਾਂਸਟੈਂਟ ਹੈਗੀ ਹੈ, ਵੀ ਇਹ ਤਾਂ ਵੇਰੀ ਨਹੀਂ ਕਰੇਗੀ। ਹੁਣ P1 ਵੀ ਕਾਂਸਟੈਂਟ ਹੈ, V1 ਵੀ ਕਾਂਸਟੈਂਟ ਹੈ, ਇਸ ਕਰਕੇ ਆਪਾਂ ਕੀ ਕਰਾਂਗੇ, ਇਹ ਜਿਹੜੀ ਹੈਗਾ ਆ P1 V1, ਇਹਨੂੰ ਆਪਾਂ ਇੰਟੈਗਰਲ ਸਾਈਨ ਤੋਂ ਲੈਫਟ ਸਾਈਡ ਤੇ ਲੈ ਜਾਵਾਂਗੇ। ਅੰਦਰ ਸਾਡੇ ਕੋਲ ਕੀ ਬਚੇਗਾ? 1/V into d। ਠੀਕ ਹੈ, ਹੁਣ ਇੱਕ ਮਿੰਟ, ਮੈਂ ਇੱਕ ਮਿੰਟ ਵੇਟ ਕਰਿਓ ਜਰਾ।
ਹੁਣ ਦੇਖੋ ਆਪਾਂ ਲਾਸਟ ਲੈਕਚਰ ਦੇ ਫਾਰਮੂਲੇ ਵੀ ਤੁਹਾਨੂੰ ਦੱਸੇ ਸੀਗੇ ਨਾ, ਹੁਣ ਤੱਕ ਤੁਹਾਨੂੰ ਯਾਦ ਹੋਣੇ ਚਾਹੀਦੇ, ਤੁਹਾਨੂੰ ਦੱਸਿਆ ਸੀ ਇਹਨਾਂ ਫਾਰਮੂਲੇ ਨੂੰ ਯਾਦ ਕਰ ਲਿਓ ਜਿਹੜੇ 10 ਫਾਰਮੂਲੇ ਹੈਗੇ ਆ। ਹੁਣ ਇਹਦੇ ਵਿੱਚ ਦੇਖੋ ਕੀ ਆ ਰਿਹਾ, ਇੰਟੈਗਰਲ 1/v ਠੀਕ ਹੈ ਸਰ। dv, ਠੀਕ ਹੈ, ਇੰਟੈਗਰਲ 1/v dv। ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿੱਥੇ ਆ ਫਾਰਮੂਲਾ ਲਿਖਿਆ ਹੋਇਆ, ਆ ਦੇਖੋ ਇੰਟੈਗਰਲ 1/t dt। ਹੁਣ t ਦੀ ਜਗ੍ਹਾ ਇੱਥੇ ਕੀ ਆਪਾਂ ਯੂਜ਼ ਕਰ ਰਹੇ ਹਾਂ, v ਯੂਜ਼ ਕਰ ਰਹੇ ਹਾਂ। ਹੁਣ ਇਹਦਾ ਫਾਰਮੂਲਾ ਕੀ ਬਣੇਗਾ, ਇੰਟੈਗਰਲ 1/v dv। ਇਹਦਾ ਕੀ ਫਾਰਮੂਲਾ ਬਣੇਗਾ, log to the base e, ਇੱਥੇ t ਸੀਗਾ ਆਪਾਂ ਕੀ ਯੂਜ਼ ਕਰ ਰਹੇ ਹਾਂ v, ਇਸ ਕਰਕੇ ਇੱਥੇ ਆ ਜਾਏਗਾ log to the base e v ਆ ਜਾਏਗਾ। ਹੁਣ ਆ ਦੇਖੋ ਆ ਫਾਰਮੂਲਾ ਇੱਥੇ ਆ ਗਿਆ, ਇੰਟੈਗਰਲ 1/v dv। ਇਹਦਾ ਕੀ ਵੈਲਿਊ ਆ ਜਾਏਗੀ, p1 v1 log to the base e v। ਨਾਲੇ ਆਪਾਂ ਲਿਮਿਟ ਪੁੱਟ ਕਰ ਦੇਣੀ ਹੈ 1 ਤੋਂ ਲੈ ਕੇ 2 ਤੱਕ, ਮਤਲਬ ਪ੍ਰੋਸੈਸ 1 ਤੋਂ ਸਟਾਰਟ ਹੋਈ ਹੈ 2 ਦੇ ਉੱਪਰ ਖਤਮ ਹੋਈ ਹੈ। ਹੁਣ ਫਿਰ ਤੁਹਾਨੂੰ ਦੱਸਿਆ ਸੀਗਾ ਇਹਦਾ ਅੱਗੇ ਫਰਦਰ ਇੱਕ ਫਾਰਮੂਲਾ ਹੁੰਦਾ ਆ p1 v1। ਇੱਕ ਵਾਰ ਆਪਾਂ ਕੀ ਕਰਨਾ ਹੈ, ਇੱਥੇ ਅਪਰ ਲਿਮਿਟ ਪੁੱਟ ਕਰਨੀ ਹੈ, ਅਪਰ ਲਿਮਿਟ ਮਤਲਬ 2। ਇੱਕ ਵਾਰ ਆਪਾਂ ਲੋਅਰ ਲਿਮਿਟ ਜਾਂ 1 ਸਬਸਟੀਟਿਊਟ ਕਰ ਦੇਣੀ ਇੱਥੇ। ਹੁਣ ਇੱਥੇ ਆ ਜਾਏਗਾ log to the base e v2 minus log to the base e v1, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਕਰਨਾ ਆ, ਫਿਰ ਐਜ਼ ਇਟ ਇਜ਼ ਲਿਖ ਦੇਣਾ p1 v1। ਹੁਣ ਕੀ ਆਪਾਂ ਕਰਾਂਗੇ, ਹੁਣ ਦੇਖੋ ਇੱਕ ਫਾਰਮੂਲਾ ਤੁਹਾਨੂੰ ਹੋਰ ਦੱਸਿਆ ਸੀਗਾ, ਆ ਦੇਖੋ ਤੁਹਾਨੂੰ ਦੁਬਾਰਾ ਵੀ ਦਿਖਾ ਦਿੰਦਾ ਹੈ, log to the base e m minus log to the base e n is equal to log ਆ ਵਾਲੀ ਵੈਲਿਊ ਡਿਵਾਈਡਡ ਬਾय ਆ ਵਾਲੀ ਵੈਲਿਊ। ਹੁਣ ਆ ਵਾਲੀ ਵੈਲਿਊ ਇੱਥੇ ਕਿਹੜੀ ਹੈ m, ਆ ਵਾਲੀ ਵੈਲਿਊ ਕਿਹੜੀ ਹੈ n, ਮਤਲਬ log to the base e ਫਰਸਟ ਵਾਲੀ ਆ ਜਿਹੜੀ ਵੈਲਿਊ ਹੈ ਮਾਈਨਸ ਡਿਵਾਈਡਡ ਬਾय ਸੈਕੰਡ ਵਾਲੀ ਵੈਲਿਊ, ਉਹੀ ਚੀਜ਼ ਆਪਾਂ ਇੱਥੇ ਕਰ ਦੇਣੀ ਹੈ। ਹੁਣ ਇੱਥੇ ਕੀ ਆਇਆ, log to the base e v2 minus log to the base e v1। ਤੇ ਆਪਾਂ ਇੱਥੇ ਕੀ ਲਿਖਾਂਗੇ, log to the base e ਪਹਿਲਾਂ ਫਰਸਟ ਵਾਲੀ ਵੈਲਿਊ v2 ਡਿਵਾਈਡਡ ਬਾय ਅਗਲੀ ਵਾਰ ਕਿਹੜੀ ਲਿਖਾਂਗੇ, ਸੈਕੰਡ ਵਾਲੀ ਵੈਲਿਊ, ਉਹ ਕਿੰਨੀ ਹੈ v1। ਤੇ ਜਿਹੜਾ v2 ਬਟਾ v1 ਹੈ ਨਾ, v2 ਡਿਵਾਈਡਡ ਬਾय v1 ਇਜ਼ ਇਕੁਅਲ ਟੂ, ਇਹਨੂੰ ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ r ਦੇ ਨਾਲ, ਠੀਕ ਹੈ। ਹੁਣ ਜਿੱਥੇ ਆਪਾਂ v2 ਬਟਾ v1 ਲਿਖਿਆ ਉੱਥੇ ਆਪਾਂ r ਵੀ ਲਿਖ ਸਕਦੇ ਹਾਂ। ਇਹ ਆ ਜਾਏਗਾ p1 v1 log to the base e v2 ਬਟਾ v1 ਕਿਹਦੇ ਬਰਾਬਰ ਹੈ, r ਦੇ, ਇੱਥੇ ਆ ਜਾਏਗਾ r। ਹੁਣ r ਕੀ ਹੁੰਦਾ ਆ, ਇੱਥੇ ਆਪਾਂ ਨੂੰ ਕੰਪਲੀਟ ਕਰ ਦਈਏ ਪਹਿਲਾਂ। w ਕਿਹਦੇ ਬਰਾਬਰ ਆ ਗਿਆ, ਵਰਕ ਡਨ ਆ ਗਿਆ ਸਾਡੇ ਕੋਲ, ਆ ਇਹਦਾ ਫਾਰਮੂਲਾ ਆ ਗਿਆ p1 v1 log to the base e r। ਹੁਣ ਇੱਥੇ r ਦਾ ਕੀ ਮਤਲਬ ਹੈ, r is equal to, r ਨੂੰ ਆਪਾਂ ਕਹਿੰਦੇ ਆ ਐਕਸਪੈਂਸ਼ਨ ਜਾਂ ਕੰਪਰੈਸ਼ਨ ਰੇਸ਼ੀਓ, ਠੀਕ ਹੈ, ਐਕਸਪੈਂਸ਼ਨ ਜਾਂ ਕੰਪਰੈਸ਼ਨ ਰੇਸ਼ੀਓ। ਹੁਣ ਇਸ ਕੇਸ ਦੇ ਵਿੱਚ ਪ੍ਰੋਸੈਸ ਕੀ ਹੋ ਰਹੀ ਹੈ, ਇਸ ਪ੍ਰੋਸੈਸ 'ਚ ਆਈਸੋਥਰਮਲ ਪ੍ਰੋਸੈਸ ਹੈ ਤੇ ਐਕਸਪੈਂਸ਼ਨ ਹੋ ਰਹੀ ਹੈ, ਇਸ ਕਰਕੇ ਇੱਥੇ ਆਪਾਂ r ਨੂੰ ਕੀ ਕਵਾਂਗੇ ਕਿ r ਜਿਹੜਾ ਹੈ ਉਹ ਹੈਗਾ r is equal to ਐਕਸਪੈਂਸ਼ਨ ਰੇਸ਼ੀਓ, ਠੀਕ ਹੈ। ਇਸ ਕੇਸ 'ਚ ਆਪਾਂ r ਨੂੰ ਕਵਾਂਗੇ, r ਕੀ ਹੈਗਾ, r is equal to ਐਕਸਪੈਂਸ਼ਨ ਰੇਸ਼ੀਓ ਕਿਹਦੇ ਬਰਾਬਰ ਹੋਏਗਾ, v2 ਡਿਵਾਈਡਡ ਬਾय v1। v2 ਡਿਵਾਈਡਡ ਬਾय v1 ਦਾ ਮਤਲਬ ਕੀ ਹੈਗਾ ਆ, ਜਿਹੜਾ ਆਪਾਂ ਇੱਥੇ ਗ੍ਰਾਫ ਡਰਾ ਕੀਤਾ ਸੀਗਾ, ਆ ਜਿਹੜਾ ਆਹ ਵਾਲਾ ਗ੍ਰਾਫ ਡਰਾ ਕੀਤਾ ਸੀਗਾ, ਠੀਕ ਹੈ, ਇਹਨੂੰ ਮੈਂ ਅਲੱਗ ਤੋਂ ਡਰਾ ਕਰ ਦੇਣਾ ਦੁਬਾਰਾ। ਆਹ ਪੁਆਇੰਟ 1 ਸੀਗਾ, ਠੀਕ ਹੈ, ਆਹ ਕਰਵ ਹੋ ਗਈ, ਆਹ ਪੁਆਇੰਟ 2 ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਇਸ ਪੁਆਇੰਟ ਦੇ ਉੱਪਰ ਕਿੰਨਾ ਵੋਲਿਊਮ ਹੈ, ਡਿਵਾਈਡਡ ਬਾय ਇਸ ਪੁਆਇੰਟ ਦੇ ਉੱਪਰ ਕਿੰਨਾ ਵੋਲਿਊਮ ਹੈ, ਠੀਕ ਹੈ। ਮਤਲਬ ਇਸ ਪੁਆਇੰਟ ਤੋਂ ਲੈ ਕੇ ਆਹ ਵਾਲਾ ਵੋਲਿਊਮ ਕਿੰਨਾ ਹੈਗਾ ਆ, ਇਹਨੂੰ ਡਿਵਾਈਡ ਕਰ ਦੇਣਾ ਆ ਇਸ ਪੁਆਇੰਟ ਤੋਂ ਲੈ ਕੇ ਆਹ ਕਿੰਨਾ ਵੋਲਿਊਮ ਹੈਗਾ, ਠੀਕ ਹੈ। ਆਹ ਵਾਲਾ ਵੋਲਿਊਮ ਡਿਵਾਈਡਡ ਬਾय ਆਹ ਵਾਲਾ ਵੋਲਿਊਮ, ਇਹ 1 ਹੈ, ਇਹ 2 ਹੈ, ਠੀਕ ਹੈ। v2 ਡਿਵਾਈਡਡ ਬਾय v1, ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦਾ ਵੋਲਿਊਮ ਇਹ ਹੈਗਾ v2 ਵੋਲਿਊਮ ਹੈ, ਫਿਰ origin ਆਹ ਵਾਲੇ ਪੁਆਇੰਟ ਤੋਂ ਲੈ ਕੇ ਆਹ ਵਾਲਾ ਜਿਹੜਾ ਵੋਲਿਊਮ ਹੈ ਇਹ v1 ਵੋਲਿਊਮ ਹੈ। ਦੋਨੋਂ ਵੋਲਿਊਮ ਨੂੰ ਡਿਵਾਈਡ ਕਰ ਦਿਓ, ਤੁਹਾਨੂੰ ਜਿਹੜੀ ਹੈ ਉਹ ਜਿਹੜਾ r ਦੀ ਵੈਲਿਊ ਮਿਲ ਜਾਏਗੀ। r ਕੀ ਹੈਗਾ, ਐਕਸਪੈਂਸ਼ਨ ਰੇਸ਼ੀਓ, ਠੀਕ ਹੈ। ਇਹ ਸੀਗਾ ਸਾਡਾ ਵਰਕ ਡਨ। ਇਹਦੀ ਫੋਟੋ ਜਿਹੜੀ ਹੈ ਮੈਂ ਖਿੱਚ ਕੇ ਤੁਹਾਨੂੰ ਮੈਂ ਗਰੁੱਪ 'ਚ ਤੁਹਾਨੂੰ ਪਾ ਦੂੰਗਾ, ਤੇ ਜਿਹੜਾ ਡਾਇਗਰਾਮ ਹੈ ਉਹ ਤੁਹਾਨੂੰ ਬੁੱਕ ਵਿੱਚੋਂ ਮਿਲ ਜਾਏਗਾ। ਹੁਣ ਇਸ ਤੋਂ ਬਾਅਦ ਆਪਾਂ ਨੈਕਸਟ ਫਾਈਂਡ ਆਊਟ ਕਰਨਾ ਹੈ ਚੇਂਜ ਇਨ ਇੰਟਰਨਲ એનર્ਜੀ। ਸੈਕੰਡ ਆਪਾਂ ਫਾਈਂਡ ਆਊਟ ਕਰਨਾ ਹੈ ਚੇਂਜ ਇਨ ਇੰਟਰਨਲ એનર્ਜੀ, ਠੀਕ ਹੈ। ਚੇਂਜ ਇਨ ਇੰਟਰਨਲ એનર્ਜੀ ਇਹਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ, ਡੈਲਟਾ U ਦੇ ਨਾਲ। ਫਿਰ ਇਹਦਾ ਤੁਹਾਨੂੰ ਫਾਰਮੂਲਾ ਵੀ ਦੱਸਿਆ ਸੀ ਕੀ ਹੁੰਦਾ ਆ,
m इंटू सी वी इंटू T2 माइनस T1 ਇਹਦਾ ਫਾਰਮੂਲਾ ਹੋ ਗਿਆ। ਹੁਣ ਤੁਹਾਨੂੰ ਦੱਸਿਆ ਸੀ ਆਪਾਂ ਕਿਹੜੀ ਪ੍ਰੋਸੈਸ ਸਟੱਡੀ ਕਰ ਰਹੇ ਹਾਂ, ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਜਾਂ ਉਹ ਪ੍ਰੋਸੈਸ ਜਿਹਦੇ ਵਿੱਚ ਟੈਂਪਰੇਚਰ ਚੇਂਜ ਨਹੀਂ ਹੁੰਦਾ। ਇਹਦਾ ਮਤਲਬ ਜੋ T1 ਦਾ ਟੈਂਪਰੇਚਰ ਹੈ ਉਹੀ T2 ਦਾ ਟੈਂਪਰੇਚਰ ਹੈ। ਅਗਰ T1 ਮੰਨ ਲਓ 10 ਡਿਗਰੀ ਸੈਂਟੀਗ੍ਰੇਡ ਹੈ ਤੇ T2 ਵੀ 10 ਡਿਗਰੀ ਸੈਂਟੀਗ੍ਰੇਡ ਹੈ ਤੇ 10 ਮਾਈਨਸ 10 ਕਿੰਨਾ ਹੋ ਜਾਏਗਾ, 0। ਇਸ ਕਰਕੇ ਕੀ ਹੈ, ਕਿਉਂਕਿ ਇਹ ਆइसोथर्मल ਪ੍ਰੋਸੈਸ ਜਾਂ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਹੈ, ਇਸ ਕਰਕੇ ਚੇਂਜ ਇਨ ਟੈਂਪਰੇਚਰ ਜਿਹੜਾ ਹੈ ਉਹ 0 ਹੋ ਜਾਏਗਾ। ਜਦੋਂ ਆਪਾਂ ਇਹਨੂੰ 0 ਨਾਲ ਮਲਟੀਪਲਾਈ ਕਰਾਂਗੇ ਇਹ ਸਾਰੀ ਵੈਲਿਊ ਜਿਹੜੀ ਹੈ 0 ਹੋ ਜਾਏਗੀ। ਠੀਕ ਹੈ, ਇੱਥੇ 0 ਲਿਖ ਦੇਣਾ ਬ੍ਰੈਕਟ ਦੇ ਵਿੱਚ, 0 ਹੋ ਜਾਏਗੀ। ਠੀਕ ਹੈ, ਇਹਦਾ ਮਤਲਬ ਚੇਂਜ ਇਨ ਇੰਟਰਨਲ એનર્ਜੀ ਕਿੰਨੀ ਹੈਗੀ ਆ, 0। ਮਤਲਬ ਇੰਟਰਨਲ એનર્ਜੀ ਦੇ ਅੰਦਰ ਕੋਈ ਚੇਂਜ ਨਹੀਂ ਆਏਗਾ। ਜਿੰਨੀ ਆਪਾਂ ਹੀਟ ਟ੍ਰਾਂਸਫਰ ਕਰਾਂਗੇ, ਫਿਰ ਤੁਹਾਨੂੰ ਇੱਕ ਵਾਰ ਦੁਬਾਰਾ ਦੱਸ ਦੇਣਾ ਕਿ ਹੋਰ ਤੁਹਾਨੂੰ ਦੱਸੀ ਸੀਗੀ ਨਾ ਕਿ ਜਦੋਂ ਆਪਾਂ ਸਿਸਟਮ ਨੂੰ ਹੀਟ ਸਪਲਾਈ ਕਰਦੇ ਆ ਤੇ ਅਗਰ ਆਪਾਂ ਕਿਊ ਅਮਾਉਂਟ ਆਫ ਹੀਟ ਸਪਲਾਈ ਕਰਦੇ ਆ ਤੇ ਕੁਝ ਹੀਟ ਜਿਹੜੀ ਹੈ ਇਹਦੇ ਅੰਦਰ ਸਟੋਰ ਹੋ ਜਾਂਦੀ ਹੈ ਇਨ ਦਾ ਫਾਰਮ ਆਫ ਇੰਟਰਨਲ એનર્ਜੀ, ਜਿਹਨੂੰ ਆਪਾਂ ਡੈਲਟਾ ਯੂ ਨਾਲ ਰਿਪਰੈਜ਼ੈਂਟ ਕਰਦੇ ਆ, ਤੇ ਬਾਕੀ ਜਿਹੜੀ ਹੈਗੀ ਉਹ ਵਰਕ ਡਨ ਵਿੱਚ ਕੰਜ਼ਿਊਮ ਹੋ ਜਾਂਦੀ ਹੈ। ਹੁਣ ਇਸ ਕੇਸ ਦੇ ਵਿੱਚ ਇੰਟਰਨਲ એનર્ਜੀ ਵਿੱਚ ਤਾਂ ਕੁਝ ਵੀ ਕਨਵਰਟ ਨਹੀਂ ਹੋ ਰਿਹਾ, ਇੰਟਰਨਲ એનર્ਜੀ ਚ ਉਹ ਤਾਂ ਹੈਗੀ ਆ ਸਾਡੀ 0। ਠੀਕ ਹੈ, ਇਹਦਾ ਮਤਲਬ ਜਿੰਨੀ ਆਪਾਂ ਹੀਟ ਸਪਲਾਈ ਕਰ ਰਹੇ ਆ ਅੰਦਰ ਕੁਝ ਸਟੋਰ ਨਹੀਂ ਹੋ ਰਿਹਾ, ਸਾਰੀ ਦੀ ਸਾਰੀ ਜਿਹੜੀ ਆ ਉਹ ਵਰਕ ਡਨ ਚ ਕਨਵਰਟ ਹੋਈ ਜਾ ਰਹੀ ਹੈ। ਇਹ ਅੱਗੇ ਜਾ ਕੇ ਆਪਾਂ ਇਹਨੂੰ ਵੀ ਆਪਾਂ ਡਿਰਾਈਵ ਕਰਾਂਗੇ ਇਸ ਚੀਜ਼ ਨੂੰ ਵੀ। ਹੁਣ ਸਾਡਾ ਚੇਂਜ ਇਨ ਇੰਟਰਨਲ એનર્ਜੀ ਆ ਗਿਆ 0। ਥਰਡ ਚੀਜ਼ ਆਪਾਂ ਫਾਈਂਡ ਆਊਟ ਕਰਨੀ ਆ ਹੀਟ ਟ੍ਰਾਂਸਫਰ। ਠੀਕ ਹੈ, ਨੈਕਸਟ ਆਪਾਂ ਫਾਈਂਡ ਆਊਟ ਕਰਨਾ ਹੈ ਹੀਟ ਟ੍ਰਾਂਸਫਰ। ਹੁਣ ਹੀਟ ਟ੍ਰਾਂਸਫਰ ਵਾਸਤੇ ਆਪਾਂ ਕੀ ਕਰਾਂਗੇ, ਫਿਰ ਇੱਕ ਫਾਰਮੂਲਾ ਯੂਜ਼ ਕਰਾਂਗੇ, ਉਹ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਨਾ, ਕੁਝ ਫਾਰਮੂਲਾ ਯਾਦ ਕਰ ਲਓ, ਇਹੀ ਯੂਜ਼ ਹੋਈ ਜਾਣੇ ਆ। ਆਪਾਂ ਫਰਸਟ ਲਾ ਆਫ ਥਰਮੋਡਾਇਨਾਮਿਕਸ ਜਿਹੜਾ ਉਹ ਯੂਜ਼ ਕਰਾਂਗੇ। ਇਹਦੇ ਅਕੋਰਡਿੰਗ ਕੀ ਹੈਗਾ ਆ, Q ਇਜ਼ ਇਕੁਅਲ ਟੂ ਡੈਲਟਾ U ਪਲਸ W। ਇਹੀ ਫਾਰਮੂਲਾ ਆਪਾਂ ਇੱਥੇ ਲਿਖ ਦਿੰਦੇ ਹਾਂ, Q ਇਜ਼ ਇਕੁਅਲ ਟੂ ਡੈਲਟਾ U ਪਲਸ W। ਹੁਣ ਆਪਾਂ ਹੁਣੇ ਫਾਈਂਡ ਆਊਟ ਕੀਤਾ ਡੈਲਟਾ U ਕਿੰਨਾ ਹੈਗਾ, 0। ਇੱਥੇ ਆਪਾਂ 0 ਫਿਲ ਕਰ ਪੁੱਟ ਕਰ ਦੇਣਾ, Q ਇਜ਼ ਇਕੁਅਲ ਟੂ 0 ਪਲਸ W, ਤੇ Q ਕਿਹਦੇ ਬਰਾਬਰ ਆ ਜਾਏਗਾ, W। ਇਹਦਾ ਮਤਲਬ ਕੀ ਹੈ, ਜਿੰਨੀ ਆਪਾਂ ਹੀਟ ਸਪਲਾਈ ਕੀਤੀ ਹੈ ਉਨਾ ਸਾਨੂੰ ਵਰਕ ਡਨ ਮਿਲਿਆ। ਇੰਟਰਨਲ એનર્ਜੀ ਮਤਲਬ ਅੰਦਰ ਕੁਝ ਸਟੋਰ ਨਹੀਂ ਹੋਇਆ। ਠੀਕ ਹੈ ਵੀ, ਤੇ W ਦਾ ਆਪਾਂ ਕੀ ਫਾਰਮੂਲਾ ਫਾਈਂਡ ਆਊਟ ਕੀਤਾ ਸੀਗਾ, ਆ ਦੇਖੋ ਆ ਆਪਾਂ W ਦਾ ਫਾਰਮੂਲਾ ਫਾਈਂਡ ਆਊਟ ਕੀਤਾ ਹੈ। ਆ ਹੋ ਗਿਆ W ਦਾ ਫਾਰਮੂਲਾ, P1 V1 log to the base E V2 ਵਟਾ V1। ਉਹ ਆਪਾਂ ਇੱਥੇ ਫਾਰਮੂਲਾ ਪੁੱਟ ਕਰ ਦਿੰਦੇ ਹਾਂ। Q ਕਿਹਦੇ ਬਰਾਬਰ ਹੈ, W ਦੇ, ਤੇ W ਕਿਹਦੇ ਬਰਾਬਰ ਹੈ, P1 V1 log to the base E V2 ਵਟਾ V1। ਇਹ ਸਾਡੇ ਕੋਲ ਹੀਟ ਟ੍ਰਾਂਸਫਰ ਆ ਗਿਆ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਫਾਈਂਡ ਆਊਟ ਕਰਨਾ ਹੈ, ਫੋਰਥ ਚੀਜ਼ ਫਾਈਂਡ ਆਊਟ ਕਰਨੀ ਹੈ ਚੇਂਜ ਇਨ ਐਂਥੈਲਪੀ। ਐਂਥੈਲਪੀ ਕਿੰਨੀ ਚੇਂਜ ਹੋਈ ਹੈ, ਐਂਥੈਲਪੀ ਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਦੇ, ਚੇਂਜ ਇਨ ਐਂਥੈਲਪੀ को ਡੈਲਟਾ H ਦੇ ਨਾਲ। ਤੇ ਡੈਲਟਾ H ਦਾ ਫਾਰਮੂਲਾ ਤੁਹਾਨੂੰ ਦੱਸਿਆ ਸੀਗਾ, ਇੱਥੇ ਵੀ ਤੁਹਾਨੂੰ ਫਿਰ ਦੁਬਾਰਾ ਦਿਖਾ ਦੇਣਾ। ਆ ਦੇਖੋ ਡੈਲਟਾ H ਵਾਸਤੇ ਤੁਹਾਨੂੰ ਦੱਸਿਆ ਸੀ ਫਾਰਮੂਲਾ ਆ ਰਿਹਾ, ਡੈਲਟਾ H ਇਜ਼ ਇਕੁਅਲ ਟੂ M ਇੰਟੂ Cp ਇੰਟੂ T2 ਮਾਈਨਸ T1। ਠੀਕ ਹੈ, ਆਪਾਂ ਇੱਥੇ ਲਿਖ ਦਿੰਦੇ ਨੇ M ਇੰਟੂ Cp ਇੰਟੂ T2 ਮਾਈਨਸ T1। M ਕੀ ਹੈਗਾ ਆ, M ਕੀ ਹੈ, ਆਪਾਂ ਕਿੰਨੇ ਕਿਲੋਗ੍ਰਾਮ ਮਾਸ ਲਿਆ, ਗੈਸ ਜਿਹੜੀ ਹੈ ਕਿੰਨੇ ਕਿਲੋਗ੍ਰਾਮ ਗੈਸ ਲਈ ਹੈ, ਮਾਸ ਆਫ ਗੈਸ ਜਿਹੜਾ ਉਹ M ਹੈ। Cp ਹੈਗਾ ਆ ਸਪੈਸਿਫਿਕ ਹੀਟ ਐਟ ਕਾਂਸਟੈਂਟ ਪ੍ਰੈਸ਼ਰ, T2 ਮਾਈਨਸ T1 ਚੇਂਜ ਇਨ ਟੈਂਪਰੇਚਰ। ਫਿਰ ਉਹੀ ਗੱਲ ਆ ਜਾਂਦੀ ਹੈ, ਕਿਉਂਕਿ ਟੈਂਪਰੇਚਰ ਚੇਂਜ ਹੋਇਆ ਹੀ ਨਹੀਂ ਹੈ, ਟੈਂਪਰੇਚਰ ਕਾਂਸਟੈਂਟ ਹੈ, ਜੋ ਵੈਲਿਊ T1 ਦੀ ਹੈ ਉਹੀ ਵੈਲਿਊ T2 ਦੀ ਹੈਗੀ ਹੈ। ਅਗਰ T2 20 ਹੈ ਤੇ T1 ਵੀ 20 ਹੈ, 20 ਮਾਈਨਸ 20 ਮੰਨ ਲਓ ਫਿਰ 0 ਹੀ ਹੋ ਗਿਆ। ਇਸ ਕਰਕੇ ਇਹ ਵੀ ਕੀ ਆਏਗਾ, M ਇੰਟੂ Cp ਇੰਟੂ 0। ਤੇ ਜਦੋਂ ਆਪਾਂ 0 ਨਾਲ ਮਲਟੀਪਲਾਈ ਕਰਾਂਗੇ ਤੇ ਚੇਂਜ ਇਨ ਐਂਥੈਲਪੀ ਜਿਹੜਾ ਉਹ ਕਿੰਨੀ ਆ ਜਾਏਗੀ, ਉਹ ਵੀ 0 ਆ ਜਾਏਗੀ। ਇਹਦਾ ਮਤਲਬ ਡੈਲਟਾ H ਕਿੰਨਾ ਆ ਗਿਆ, ਇਹ ਵੀ 0 ਆ ਗਿਆ। ਠੀਕ ਹੈ, ਡੈਲਟਾ U ਕਿੰਨਾ ਸੀਗਾ, ਉਹ ਵੀ 0 ਸੀਗਾ। ਠੀਕ ਹੈ, ਹੁਣ ਆਪਣੇ ਕੋਲ ਲਾਸਟ ਚੀਜ਼ ਰਹਿ ਜਾਂਦੀ ਹੈ, ਆਪਾਂ ਚੇਂਜ ਇਨ ਐਂਟਰੋਪੀ ਫਾਈਂਡ ਆਊਟ ਕਰਨੀ ਹੈ। ਸਰ ਅਸਾਈਨਮੈਂਟ ਭੇਜ ਦੇਣੀ ਸੀ। ਮੈਂ ਲੈਕਚਰ ਤੋਂ ਬਾਅਦ ਭੇਜ ਦੇਣਾ, ਉਹ ਥੋੜਾ ਨਾ ਠੀਕ ਹੈ ਸਰ। ਲੈਕਚਰ ਤੋਂ ਬਾਅਦ, ਹਾਂ ਲੈਕਚਰ ਤੋਂ ਬਾਅਦ ਭੇਜ ਦੂੰਗਾ, ਜਿਹੜਾ ਲਿੰਕ ਆਏਗਾ ਨਾ ਪਹਿਲਾਂ ਉਸ ਤੋਂ ਬਾਅਦ ਭੇਜ ਦੂੰਗਾ, ਕਿਉਂਕਿ ਫਿਰ ਨਾ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਕਿ ਅਸਾਈਨਮੈਂਟ ਮਿਲੀ ਕਿ ਨਹੀਂ ਮਿਲੀ। ਓਕੇ ਸਰ। ਸਰ 3 ਮਿੰਟ ਰਹਿ ਗਿਆ ਸਰ, ਬਾਅਦ ਚ ਕਲਾਸ ਸ਼ੁਰੂ ਹੋ ਜਾਊਗੀ। ਕੋਈ ਨਹੀਂ, ਹੋ ਜਾਏਗਾ, ਦੇਖ ਲੈਣੇ, ਅਗਰ ਹੋ ਗਿਆ ਓਵਰ ਤਾਂ ਹੋ ਗਿਆ, ਕੋਈ ਗੱਲ ਨਹੀਂ।
चलो ठीक है सर। हाँ जिन्ना ਹੁੰਦਾ ਆਪਾਂ ਕਰ ਲਾਂਗੇ अगर डिस्कनेक्ट हो गया लेक्चर फिर मैं अगले लेक्चर 'ਚ ਤੁਹਾਨੂੰ ਚੇਂਜ ਇਨ ਐਂਟਰੋਪੀ ਦੁਬਾਰਾ ਦੱਸਦਾ ठीक है सर। ਠੀਕ ਹੈ ਹੁਣ ठीक ਇੱਕ है। ਤੁਹਾਨੂੰ ਦੱਸਿਆ ਸੀਗਾ dq is equal to ds is equal to change in entropy is equal to dq divided by t ਇਹ ਵੀ ਤੁਹਾਨੂੰ ਫਾਰਮੂਲਾ ਦੱਸਿਆ ਸੀਗਾ ਆ ਦੇਖੋ ds is equal to dq divided by t ਤੇ dq ਕਿਹਦੇ ਬਰਾਬਰ ਹੋ ਜਾਏਗਾ t into ds ਇੱਥੇ ਪਹਿਲਾਂ dq is equal to t into ds ਠੀਕ ਹੈ ਹੁਣ ਆਪਾਂ ਇਹ ਤਾਂ ਹੈਗਾ ਡਿਫਰੈਂਸ਼ੀਅਲ ਫਾਰਮ ਦੇ ਵਿੱਚ ਆਪਾਂ ਇਹਨੂੰ ਦੂਸਰੇ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਕਿ q ਕਿਹਦੇ ਬਰਾਬਰ ਹੋਇਆ ਹੀਟ ਟ੍ਰਾਂਸਫਰ ਕਿਹਦੇ ਬਰਾਬਰ ਹੋਈ ਹੈ ਟੈਂਪਰੇਚਰ ਇਨਟੂ ਚੇਂਜ ਇਨ ਐਂਟਰੋਪੀ S2 ਮਾਈਨਸ S1 ਦੇ ਬਰਾਬਰ ਹੋਈ ਹੈ ਜਾਂ ਆਪਾਂ ਇਹਨੂੰ ਇਦਾਂ ਵੀ ਲਿਖ ਸਕਦੇ ਹਾਂ S2 ਮਾਈਨਸ S1 ਚੇਂਜ ਇਨ ਐਂਟਰੋਪੀ ਕਿਹਦੇ ਬਰਾਬਰ ਹੋਈ Q ਡਿਵਾਈਡਡ ਬਾਈ T ਆਪਾਂ ਕੀਤਾ ਕੀ ਹੈ ਇਸ T ਨੂੰ ਆਪਾਂ ਇਹਦੇ ਨੀਚੇ ਲੈ ਗਏ ਠੀਕ ਹੈ S2 ਮਾਈਨਸ S1 ਇੱਥੇ ਰਿਹਾ ਆ T ਨੂੰ ਆਪਾਂ ਨੀਚੇ ਲੈ ਗਏ ਇਹ ਬਣਿਆ ਸਾਡਾ S2 ਮਾਈਨਸ S1 is equal to Q divided by T ਹੁਣ ਸਾਡੇ ਵਰਕ ਡਨ ਦਾ ਕੀ ਫਾਰਮੂਲਾ ਸੀਗਾ ਇੱਕ ਚੀਜ਼ ਆਪਾਂ ਫਾਈਂਡ ਆਊਟ ਕੀਤੀ ਸੀ ਇੱਥੇ ਇੱਥੇ ਆਪਣੇ ਕੋਲ ਕੀ ਹੈ Q ਲਿਖਿਆ ਨਾ ਆਪਾਂ ਇੱਥੇ ਦੇਖੋ Q ਦੀ ਕੀ ਵੈਲਿਊ ਹੈ Q ਕਿਹਦੇ ਬਰਾਬਰ ਹੈ W ਦੇ ਤੇ W ਕਿਹਦੇ ਬਰਾਬਰ ਹੈ P1 V1 log to the base E V2 ਵਟਾ V1 ਹੁਣ ਆਪਾਂ ਹੀ ਕਰਨਾ ਆਪਾਂ ਜਿੱਥੇ Q ਲਿਖਿਆ ਹੈ ਨਾ ਉੱਥੇ ਆਪਾਂ ਇਸ ਵੈਲਿਊ ਨੂੰ ਸਬਸਟੀਟਿਊਟ ਕਰ ਦੇਣਾ ਆ ਵਾਲੀ ਵੈਲਿਊ ਕਿਉਂਕਿ Q W ਦੇ ਬਰਾਬਰ ਹੈ ਤੇ W ਅੱਗੇ P1 V1 log to the base E V2 ਵਟਾ V1 ਦੇ ਬਰਾਬਰ ਹੈ ਹੁਣ ਇਹ ਚੀਜ਼ ਆਪਾਂ ਇੱਥੇ ਸਬਸਟੀਟਿਊਟ ਕਰ ਦਿੰਦੇ Q ਦੀ ਜਗ੍ਹਾ ਆ ਜਿਹੜੀ ਵੈਲਿਊ ਹੈ ਇੱਥੇ ਆਪਾਂ ਲਿਖ ਦਿੰਦੇ ਆ P1 V1 log to the base E V2 ਵਟਾ V1 ਤੇ ਡਿਵਾਈਡਡ ਬਾਈ ਕੀ ਆ ਜਾਏਗਾ ਡਿਵਾਈਡਡ ਬਾਈ T ਆ ਜਾਏਗਾ ਹੁਣ ਇਹਨੂੰ ਆਪਾਂ ਫਰਦਰ ਸੋਲਵ ਕਰਦੇ ਹਾਂ ਅੱਗੇ is equal to P1 V1 divided by T log to the base E V2 ਵਟਾ V1 ਠੀਕ ਹੈ ਹੁਣ ਅੱਗੇ ਇਹਨੂੰ ਦੇਖੀਏ ਆਪਾਂ P1 V1 ਤੁਹਾਨੂੰ ਦੱਸਿਆ ਕਿਹਦੇ ਬਰਾਬਰ ਹੁੰਦਾ PV is equal to ਕਿਹਦੇ ਬਰਾਬਰ ਹੁੰਦਾ MRT ਦੇ ਤੇ P1 V1 ਕਿਹਦੇ ਬਰਾਬਰ ਹੋ ਜਾਏਗਾ MRT1 ਦੇ ਹੁਣ ਇਹਦਾ ਮਤਲਬ ਜਿੱਥੇ ਆਪਾਂ P1 V1 ਲਿਖਿਆ ਆ मेरी आवाज आ रही है हाँ जी सर आ रही। ਇੱਥੇ ਸਕਰੀਨ ਦੇ ਵਿੱਚ ਪ੍ਰੋਬਲਮ ਆ ਗਈ ਕੋਈ ਚਲੋ ਕੋਈ ਨਹੀਂ ਹੁਣ ਮੈਨੂੰ ਬੰਦ ਕਰ ਦੇਣਾ ਨੈਕਸਟ ਟਾਈਮ ਕਰ ਲਵਾਂਗੇ ਆਪਾਂ ਇਹਨੂੰ ਇੱਥੋਂ ਕੰਟੀਨਿਊ ठीक है स्क्रीन ही चली गई इसमें नजर नहीं आ रहा कुछ चलो ठीक है एक ठीक है मिनट सर। रुको अपने ना सर रोल एक मिनट रोल नंबर बोल दीजिए तो कोई ना कुछ इतने पर आ नहीं रहा थे मैं रोल नंबर नोट कर लूँगा हाँ जी अटेंडेंस बोल दीजिए अपनी जरा सर 1209/19। हाँ जी 1209 हाँ जी अगे सर 208 237 सर
208 237 नेक्स्ट। सुनो हाँ जी, बाकी बच्चे बोल दो अपनी अटेंडेंस। 1209 209 208 237 235 200 235 209 ਹੋਰ ਕੋਈ ਬੱਚਾ ਹੈਗਾ? 1209 ਕਿੰਨੇ ਬੱਚੇ ਇਸ ਟਾਈਮ ਮੀਟਿੰਗ ਦੇ ਵਿੱਚ ਹੈਗੇ ਆ ਮੈਨੂੰ ਦੱਸ ਦਿਓ ਜਰਾ। ਸਰ 6 ਬੱਚੇ 6 ਬੱਚੇ ਮਤਲਬ ਮੈਨੂੰ ਕੱਢ ਕੇ 5 ਹੋਣੇ ਹੋਰ, ਨਹੀਂ ਸਰ ਟੋਟਲ 7 ਆ ਤੁਹਾਡੇ ਵਿੱਚ 6 ਤੇ ਇੱਕ ਰੋਲ ਨੰਬਰ ਨਹੀਂ ਹੈਗਾ ਤੁਹਾਨੂੰ ਸ਼ੋ ਹੋ ਰਿਹਾ ਤਾਂ ਮੈਨੂੰ ਦੱਸੋ ਕਿਹੜਾ ਹੈਗਾ ਰੋਲ ਨੰਬਰ। ਸਰ 1209 ਆ 235 ਆ ਹਾਂਜੀ 203 ਆ 237 ਆ 208 209/19 ਹਾਂਜੀ ਮੈਂ ਬੋਲ ਦੇਣਾ 1209 208 237 235 209। ਹਾਂਜੀ ਹਾਂਜੀ ਕਿਹੜਾ ਰਹਿ ਗਿਆ ਇੱਕ? ਸਰ ਹੋ ਗਿਆ 203 203 ਆ 203 ਹੈ ਚਲੋ ਠੀਕ ਹੈ ਹਾਂਜੀ ਆਪਾਂ ਅਗਲੇ ਲੈਕਚਰ 'ਚ ਕਰ ਲਵਾਂਗੇ। ਅਸਾਈਨਮੈਂਟ ਮੈਂ ਤੁਹਾਨੂੰ ਭੇਜ ਦਿੰਦਾ ਠੀਕ ਹੈ। ਓਕੇ ਸਰ ਥੈਂਕ ਯੂ।